ਉਤਪਤ ਅਧਿਆਇ 20। ਤਾਂ ਅਬਰਾਹਮ ਨੇ ਉੱਤੋਂ ਦੱਖਣ ਦੇ ਦੇਸ਼ ਵੱਲ ਕੂਚ ਕੀਤਾ ਅਤੇ ਕਾਦੇਸ ਔਰ ਸੂਰ ਦੇ ਵਿਚਕਾਰ ਟਿਕ ਕੇ ਗਰਾਰ ਵਿੱਚ ਜਾ ਵਸਿਆ। ਅਤੇ ਅਬਰਾਹਮ ਨੇ ਸਾਰਾ ਆਪਣੀ ਪਤਨੀ ਦੇ ਵਿਕੇ ਆਖਿਆ, ਭਈ ਇਹ ਮੇਰੀ ਭੈਣ ਹੈ। ਸੋ ਅਬੀਮਲਕ ਗਰਾਰ ਦੇ ਰਾਜਾ ਨੇ ਆਦਮੀ ਕੱਲ ਕੇ ਸਾਰਾ ਨੂੰ ਮੰਗਵਾ ਲਿਆ। ਅਤੇ ਪਰਮੇਸ਼ਰ ਨੇ ਅਬੀਮਲਕ ਕੋਲ ਰਾਤ ਦੇ ਸੁਪਨੇ ਵਿੱਚ ਆ ਕੇ ਉਹਨੂੰ ਆਖਿਆ, ਵੇਖ ਤੂੰ ਇਸ ਤੀਵੀ ਦੇ ਕਾਰਨ ਜਿਹਨੂੰ ਤੂੰ ਲਿਆ ਹੈ ਮਰਨ ਵਾਲਾ ਹੈ, ਕਿਉਂ ਜੋ ਉਹ ਵਿਆਹੀ ਹੋਈ ਹੈ। ਪਰ ਅਜੇ ਅਬੀਮਲਕ ਉਹਦੇ ਨੇੜੇ ਨਹੀਂ ਗਿਆ ਸੀ। ਤਾਂ ਉਸਨੇ ਆਖਿਆ, ਹੇ ਪ੍ਰਭੂ, ਕੀ ਤੂੰ ਇੱਕ ਧਰਮੀ ਕੌਮ ਨੂੰ ਵੀ ਮਾਰ ਸੁੱਟੇਗਾ? ਕਿ ਉਹਨੇ ਮੈਨੂੰ ਨਹੀਂ ਆਖਿਆ ਕਿ ਇਹ ਮੇਰੀ ਭੈਣ ਹੈ, ਅਤੇ ਕਿ ਉਸਨੇ ਵੀ ਆਪ ਹੀ ਨਹੀਂ ਆਖਿਆ ਕਿ ਉਹ ਮੇਰਾ ਭਰਾ ਹੈ। ਮੈਂ ਤਾਂ ਆਪਣੇ ਦਿਲ ਦੀ ਸਿਧਾਈ ਔਰ ਆਪਣੇ ਹੱਥਾਂ ਦੀ ਨਿਰਮਲਤਾਈ ਨਾਲ ਇਹ ਕੀਤਾ ਹੈ। ਤਾਂ ਪਰਮੇਸ਼ਰ ਨੇ ਸੁਪਨੇ ਵਿੱਚ ਉਹਨੂੰ ਆਖਿਆ, ਮੈਂ ਵੀ ਜਾਣ ਲਿਆ ਹੈ ਕਿ ਤੂੰ ਆਪਣੇ ਦਿਲ ਦੀ ਸਿਧਾਈ ਨਾਲ ਇਹ ਕੀਤਾ ਹੈ। ਮੈਂ ਤੈਨੂੰ ਆਪਣੇ ਵਿਰੋਧ ਪਾਪ ਕਰਨ ਤੋਂ ਰੋਕਿਆ ਹੈ, ਕਿਉਂਕਿ ਮੈਂ ਤੈਨੂੰ ਉਹਨੂੰ ਚੋਣ ਨਹੀਂ ਦਿੱਤਾ। ਸੋ ਹੁਣ ਤੂੰ ਉਸ ਮਨੁੱਖ ਨੂੰ ਉਹਦੀ ਪਤਨੀ ਮੋੜ ਦੇ, ਕਿਉਂ ਜੋ ਉਹ ਨਬੀ ਹੈ ਔਰ ਉਹ ਤੇਰੇ ਲਈ ਬੇਨਤੀ ਕਰੇਗਾ ਅਤੇ ਤੂੰ ਜਿਉਂਦਾ ਰਹੇਗਾ। ਪਰ ਜੇ ਨਾ ਮੋੜੇ ਤਾਂ ਜਾਣ ਲੈ ਕਿ ਤੂੰ ਔਰ ਸਾਰੇ ਜੋ ਤੇਰੇ ਹਨ ਜ਼ਰੂਰ ਮਰਨਗੇ। ਤਾਂ ਅਬੀਮਲਕ ਸਵੇਰੇ ਹੀ ਉੱਠਿਆ ਔਰ ਆਪਣੇ ਸਾਰੇ ਟਹਿਲੂਆਂ ਨੂੰ ਬੁਲਾ ਕੇ ਉਹਨਾਂ ਦੇ ਕੰਨਾਂ ਵਿੱਚ ਇਹ ਸਾਰੀਆਂ ਗੱਲਾਂ ਪਾਈਆਂ। ਤਾਂ ਉਹ ਮਨੁੱਖ ਬਹੁਤ ਹੀ ਡਰ ਗਏ। ਅਬੀਮਲਕ ਨੇ ਅਬਰਾਹਮ ਨੂੰ ਬੁਲਵਾ ਕੇ ਆਖਿਆ, ਤੈਂ ਸਾਡੇ ਨਾਲ ਇਹ ਕੀ ਕੀਤਾ? ਮੈਂ ਤੇਰੇ ਕੀ ਪਾਪ ਕੀਤਾ ਕਿ ਤੂੰ ਮੇਰੇ ਉੱਤੇ ਔਰ ਮੇਰੀ ਬਾਦਸ਼ਾਹੀ ਉੱਤੇ ਇਹ ਵੱਡਾ ਪਾਪ ਲਿਆਂਦਾ ਹੈ? ਇਹ ਕਰਤੂਤ ਜਿਹੜੀ ਤੈਨੂੰ ਨਹੀਂ ਕਰਨੀ ਚਾਹੀਦੀ ਸੀ, ਤੈਂ ਮੇਰੇ ਨਾਲ ਕੀਤੀ। ਤਾਂ ਅਬੀਮਲਕ ਨੇ ਅਬਰਾਹਮ ਨੂੰ ਆਖਿਆ, ਤੈਂ ਕੀ ਵੇਖਿਆ ਭਈ ਤੈਂ ਇਹ ਗੱਲ ਕੀਤੀ? ਤਾਂ ਅਬਰਾਹਮ ਨੇ ਆਖਿਆ, ਇਸ ਲਈ ਕਿ ਮੈਂ ਆਖਿਆ ਭਈ ਪਰਮੇਸ਼ਰ ਦਾ ਡਰ ਇਸ ਤਾਂ ਜ਼ਰੂਰ ਨਹੀਂ ਹੈ ਔਰ ਉਹ ਮੇਰੀ ਪਤਨੀ ਦੀ ਖਾਤਰ ਮੈਨੂੰ ਮਾਰ ਸੁੱਟਣਗੇ। ਪਰ ਉਹ ਸੱਚਮੁੱਚ ਮੇਰੀ ਭੈਣ ਹੈ, ਉਹ ਮੇਰੇ ਪਿਤਾ ਦੀ ਧੀ ਹੈ, ਪਰ ਮੇਰੀ ਮਾਤਾ ਦੀ ਧੀ ਨਹੀਂ ਹੈ। ਫਿਰ ਉਹ ਮੇਰੀ ਪਤਨੀ ਹੋ ਗਈ। ਯੂੰ ਹੋਇਆ ਕਿ ਜਦ ਪਰਮੇਸ਼ਰ ਨੇ ਮੇਰੇ ਪਿਤਾ ਦੇ ਘਰ ਤੋਂ ਮੈਨੂੰ ਇੱਧਰ ਘੁਮਾਇਆ, ਤਾਂ ਮੈਂ ਇਹਨੂੰ ਆਖਿਆ, ਭਈ ਇਹ ਤੇਰੀ ਦਇਆ ਹੋਵੇਗੀ ਜੋ ਤੂੰ ਮੇਰੇ ਉੱਤੇ ਕਰੇ। ਹਰ ਤਾਂ ਜਿੱਤੇ ਅਸੀਂ ਜਾਈਏ ਤੂੰ ਮੇਰੇ ਵਿਕੇ ਆਖੀ ਕਿ ਇਹ ਮੇਰਾ ਭਰਾ ਹੈ। ਉਪਰੰਤ ਅਬੀਮਲਕ ਨੇ ਇੱਜੜ ਔਰ ਪਸ਼ੂ ਔਰ ਗੋਲੇ ਗੋਲੀਆਂ ਲੈ ਕੇ ਅਬਰਾਹਮ ਨੂੰ ਦਿੱਤੇ ਔਰ ਉਹਨੂੰ ਸਾਰਾ ਉਹਦੀ ਪਤਨੀ ਵੀ ਮੋੜ ਦਿੱਤੀ। ਨਾਲੇ ਅਬੀਮਲਕ ਨੇ ਆਖਿਆ, ਵੇਖ ਮੇਰਾ ਦੇਸ਼ ਤੇਰੇ ਅੱਗੇ ਹੈ, ਜਿੱਤੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਉੱਤੇ ਵਸ। ਅਤੇ ਸਾਰਾ ਨੂੰ ਉਸਨੇ ਆਖਿਆ, ਵੇਖ ਮੈਂ ਤੇਰੇ ਭਰਾ ਨੂੰ 1000 ਚਾਂਦੀ ਦੇ ਟੱਕੇ ਦਿੱਤੇ। ਵੇਖ ਉਹ ਤੇਰੇ ਲਈ ਔਰ ਸਾਰਿਆਂ ਲਈ ਜੋ ਤੇਰੇ ਸੰਗ ਹਨ ਆਖਿਆ ਤਾਂ ਪੜਦਾ ਹੋਣਗੇ, ਅਤੇ ਯੂੰ ਹਰ ਤਰ੍ਹਾਂ ਤੇਰੀ ਦਾਦ ਰਸੀ ਹੋਵੇਗੀ। ਤਾਂ ਅਬਰਾਹਮ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਔਰ ਪਰਮੇਸ਼ਰ ਨੇ ਅਬੀਮਲਕ ਔਰ ਉਸਦੀ ਤੀਵੀ ਔਰ ਉਹਦੀਆਂ ਕੋਲੀਆਂ ਨੂੰ ਚੰਗਾ ਕਰ ਦਿੱਤਾ ਔਰ ਉਹ ਫਿਰ ਜਨਨ ਲੱਗ ਪਈਆਂ, ਕਿਉਂਕਿ ਯਹੋਵਾ ਨੇ ਅਬੀਮਲਕ ਦੇ ਘਰਾਣੇ ਦੀ ਹਰ ਕੁੱਖ ਨੂੰ ਸਾਰਾ ਅਬਰਾਹਮ ਦੀ ਪਤਨੀ ਦੇ ਕਾਰਨ ਸਖਤੀ ਨਾਲ ਬੰਦ ਕਰ ਛੱਡਿਆ ਸੀ। ਨਿਆਂਇਆਂ ਦੀ ਪੋਥੀ ਅਧਿਆਇ 11। ਗਿਲਿਆਦ ਵਿੱਚ ਯਫਤਾ ਨਾਮੇ ਇੱਕ ਮਨੁੱਖ ਵੱਡਾ ਸੂਰਮਾ ਸੀ। ਉਹ ਇੱਕ ਕੰਜਰੀ ਦਾ ਜਨਿਆ ਹੋਇਆ ਸੀ ਅਤੇ ਯਫਤਾ ਦਾ ਪਿਓ ਗਿਲਿਆਦ ਸੀ। ਅਤੇ ਗਿਲਿਆਦ ਦੀ ਤੀਵੀ ਉਸ ਤੋਂ ਪੁੱਤਰ ਜਨੀ ਅਤੇ ਜਾਂ ਉਸ ਤੀਵੀ ਦੇ ਪੁੱਤਰ ਵੱਡੇ ਹੋਏ ਤਾਂ
ਉਹਨਾਂ ਨੇ ਯਫਤਾ ਨੂੰ ਚੇਕ ਕੇ ਉਹਨੂੰ ਆਖਿਆ, ਸਾਡੇ ਪਿਓ ਦੇ ਘਰ ਵਿੱਚ ਤੇਰੀ ਪਤੀ ਨਹੀਂ, ਤੂੰ ਉਪਰੀ ਤੀਵੀ ਦਾ ਜਨਿਆ ਹੋਇਆ ਜੋ ਹੈ। ਤਦ ਯਫਤਾ ਆਪਣੇ ਭਰਾਵਾਂ ਦੇ ਕੋਲੋਂ ਭੱਜ ਕੇ ਤੋਬ ਦੇ ਦੇਸ਼ ਵਿੱਚ ਜਾ ਵਸਿਆ ਅਤੇ ਯਫਤਾ ਦੇ ਕੋਲ ਲੁੱਚੇ ਲੋਕ ਇਕੱਠੇ ਹੋਏ ਅਤੇ ਉਹ ਉਹਦੇ ਨਾਲ ਤੁਰਦੇ ਫਿਰਦੇ ਸਨ। ਅਜਿਹਾ ਹੋਇਆ ਜੋ ਕੁਝ ਚਿਰ ਪਿੱਛੋਂ ਅਮੋਨੀ ਇਸਰਾਏਲੀਆਂ ਨਾਲ ਲੜਨ ਲੱਗੇ ਅਤੇ ਯੂੰ ਹੋਇਆ ਭਈ ਜਾਂ ਅਮੋਨੀ ਇਸਰਾਏਲ ਨਾਲ ਲੜਨ ਲੱਗੇ ਤਾਂ ਤੋਬ ਦੇਸ਼ ਵਿੱਚੋਂ ਯਫਤਾ ਨੂੰ ਮੋੜ ਲੈ ਆਉਣ ਨੂੰ ਗਿਲਯਾਦ ਦੇ ਬਜ਼ੁਰਗ ਗਏ। ਸੋ ਉਹਨਾਂ ਨੇ ਯਫਤਾ ਨੂੰ ਆਖਿਆ, ਆ ਸਾਡਾ ਆਗੂ ਬਣ ਜੋ ਅਸੀਂ ਅਮੋਨੀਆਂ ਦੇ ਨਾਲ ਲੜੀਏ। ਯਫਤਾ ਨੇ ਗਿਲਯਾਦ ਦੇ ਬਜ਼ੁਰਗਾਂ ਨੂੰ ਆਖਿਆ, ਭਲਾ ਤੁਸੀਂ ਮੇਰੇ ਨਾਲ ਵੇਰ ਨਹੀਂ ਕੀਤਾ ਅਤੇ ਮੇਰੇ ਪਿਓ ਦੇ ਘਰ ਵਿੱਚੋਂ ਮੈਨੂੰ ਨਹੀਂ ਕੱਢ ਦਿੱਤਾ। ਸੋ ਹੁਣ ਬਿਪਤਾ ਦੇ ਵੇਲੇ ਤੁਸੀਂ ਮੇਰੇ ਕੋਲ ਕਿਉਂ ਆਏ ਹੋ? ਗਿਲਯਾਦ ਦੇ ਬਜ਼ੁਰਗਾਂ ਨੇ ਯਫਤਾ ਨੂੰ ਆਖਿਆ, ਅਸੀਂ ਤੇਰੇ ਕੋਲ ਹੁਣ ਫਿਰ ਇਸ ਲਈ ਆਏ ਹਾਂ ਜੋ ਤੂੰ ਸਾਡੇ ਨਾਲ ਚੱਲੇ ਅਤੇ ਅਮੋਨੀਆਂ ਨਾਲ ਲੜਾਈ ਕਰੇ ਅਤੇ ਸਾਡਾ ਔਰ ਸਾਰੇ ਗਿਲਯਾਦ ਦੇ ਵਾਸੀਆਂ ਦਾ ਪ੍ਰਮੁੱਖ ਬਣੇ। ਯਫਤਾ ਨੇ ਗਿਲਯਾਦ ਦੇ ਬਜ਼ੁਰਗਾਂ ਨੂੰ ਆਖਿਆ, ਭਈ ਜੇ ਅਮੋਨੀਆਂ ਨਾਲ ਲੜਾਈ ਕਰਨ ਨੂੰ ਤੁਸੀਂ ਫਿਰ ਮੈਨੂੰ ਆਪਣੇ ਨਾਲ ਲੈ ਚੱਲਦੇ ਹੋ, ਤਦ ਜੇ ਕਦੀ ਯਹੋਵਾ ਉਹਨਾਂ ਨੂੰ ਮੇਰੇ ਅੱਗੇ ਹਰਾ ਦੇਵੇ ਤਾਂ ਭਲਾ ਮੈਂ ਤੁਹਾਡੇ ਪ੍ਰਮੁੱਖ ਬਣ ਜਾਵਾਂਗਾ। ਗਿਲਯਾਦ ਦੇ ਬਜ਼ੁਰਗਾਂ ਨੇ ਯਫਤਾ ਨੂੰ ਉੱਤਰ ਦਿੱਤਾ, ਯਹੋਵਾ ਸਾਡੇ ਵਿੱਚ ਗਵਾਹ ਹੋਵੇ, ਅਸੀਂ ਨਿਸੰਗ ਤੇਰੇ ਆਖਣ ਅਨੁਸਾਰ ਵਰਤਾਂਗੇ। ਤਦ ਯਫਤਾ ਗਿਲਯਾਦ ਦੇ ਬਜ਼ੁਰਗਾਂ ਨਾਲ ਤੁਰਿਆ ਅਤੇ ਉਹਨੂੰ ਲੋਕਾਂ ਨੇ ਆਪਣੇ ਪ੍ਰਮੁੱਖ ਅਤੇ ਆਗੂ ਬਣਾਇਆ ਅਤੇ ਯਫਤਾ ਨੇ ਮਿਸਪਾ ਵਿੱਚ ਯਹੋਵਾ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ। ਤਾਂ ਯਫਤਾ ਨੇ ਅਮੋਨੀਆਂ ਦੇ ਰਾਜਾ ਕੋਲ ਹਲਕਾਰੇ ਕੱਲ ਕੇ ਆਖਿਆ, ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਉੱਤੇ ਮੇਰੇ ਦੇਸ਼ ਨਾਲ ਲੜਾਈ ਕਰਨ ਨੂੰ ਚੜ ਆਇਆ ਹੈ? ਅਮੋਨੀਆਂ ਦੇ ਰਾਜਾ ਨੇ ਯਫਤਾ ਦੇ ਹਲਕਾਰਿਆਂ ਨੂੰ ਉੱਤਰ ਦਿੱਤਾ, ਇਸ ਲਈ ਭਈ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿਕਲ ਆਏ ਸਨ ਤਾਂ ਉਹਨਾਂ ਨੇ ਮੇਰਾ ਦੇਸ਼ ਅਰਨੋਨ ਤੋਂ ਲੈ ਕੇ ਯਬੋਕ ਅਤੇ ਯਰਦਨ ਤੀਕਰ ਖੋਲ ਲਿਆ ਸੀ। ਸੋ ਹੁਣ ਉਹ ਦੇਸ਼ ਤੂੰ ਸੁਲਾ ਸਫਾਈ ਨਾਲ ਮੋੜ ਦੇ। ਤਦ ਯਫਤਾ ਨੇ ਹਲਕਾਰਿਆਂ ਨੂੰ ਅਮੋਨੀਆਂ ਦੇ ਰਾਜਾ ਕੋਲ ਫਿਰ ਕੱਲਿਆ ਅਤੇ ਉਹਨੂੰ ਆਖਿਆ, ਯਫਤਾ ਇਹ ਆਖਦਾ ਹੈ ਜੋ ਇਸਰਾਏਲ ਨੇ ਮੋਵਾਬ ਦਾ ਦੇਸ਼ ਅਤੇ ਅਮੋਨੀਆਂ ਦਾ ਦੇਸ਼ ਨਹੀਂ ਸੀ ਖੋਲਿਆ, ਪਰ ਜਿਸ ਵੇਲੇ ਇਸਰਾਏਲੀ ਮਿਸਰ ਤੋਂ ਨਿਕਲ ਆਏ ਸਨ ਅਤੇ ਲਾਲ ਸਮੁੰਦਰ ਤੋੜੀ ਉਜਾੜ ਵਿੱਚ ਕਾਦੇਸ ਤੀਕਰ ਤੁਰੇ ਆਏ, ਉਸ ਵੇਲੇ ਇਸਰਾਏਲੀਆਂ ਨੇ ਆਦੋਮ ਦੇ ਰਾਜਾ ਦੀ ਵੱਲ ਹਲਕਾਰੇ ਕੱਲੇ ਜੋ ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘਣ ਦੇ। ਪਰ ਆਦੋਮ ਦੇ ਰਾਜਾ ਨੇ ਉਹਨਾਂ ਦੀ ਨਾ ਸੁਣੀ ਅਤੇ ਇਸੇ ਤਰ੍ਹਾਂ ਉਹਨਾਂ ਨੇ ਮੋਵਾਬ ਦੇ ਰਾਜਾ ਨੂੰ ਕਿਹਾ ਕੱਲਿਆ ਅਤੇ ਉਹਨੇ ਵੀ ਨਾ ਮੰਨਿਆ ਜੋ ਇਸਰਾਏਲੀ ਕਾਦੇਸ ਵਿੱਚ ਠਹਿਰੇ। ਤਦ ਉਹ ਉਜਾੜ ਵਿੱਚੋਂ ਦੀ ਤੁਰ ਪਏ ਅਤੇ ਆਦੋਮ ਦੇ ਦੇਸ਼ ਅਤੇ ਮੋਵਾਬ ਦੇ ਦੇਸ਼ ਦੇ ਦੁਆਲੇ ਪਹੁੰਚ ਕੇ ਮੋਵਾਬ ਦੇ ਦੇਸ਼ ਦੀ ਚੜ੍ਹਦੀ ਵੱਲੋਂ ਆ ਨਿਕਲੇ ਅਤੇ ਅਰਨੋਨ ਦੇ ਪਰਲੇ ਪਾਸੇ ਤੰਬੂ ਲਾਏ, ਪਰ ਮੋਵਾਬ ਦੇ ਬੰਨੇ ਵਿੱਚ ਨਾ ਮੁੜੇ ਕਿਉਂ ਜੋ ਅਰਨੋਨ ਮੋਵਾਬ ਦਾ ਬੰਨਾ ਸੀ। ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜਾ ਸੀਹੋਨ ਦੇ ਕੋਲ ਜੋ ਹਸਬੋਨ ਦਾ ਰਾਜਾ ਸੀ ਹਲਕਾਰੇ ਕੱਲੇ ਅਤੇ ਇਸਰਾਏਲ ਨੇ ਉਸ ਨੂੰ ਆਖਿਆ, ਸਾਡੀ ਇਹ ਬੇਨਤੀ ਹੈ ਜੋ ਆਪਣੇ ਦੇਸ਼ ਵਿੱਚੋਂ ਦੀ ਸਾਨੂੰ ਆਪਣੇ ਤਾਂ ਵੱਲ ਲੰਘਣ ਦਿਓ। ਪਰ ਸੀਹੋਨ ਨੇ ਇਸਰਾਏਲ ਉੱਤੇ ਪ੍ਰਤੀਤ ਨਾ ਕੀਤੀ ਜੋ ਉਹਨਾਂ ਨੂੰ ਆਪਣੇ ਬੰਨੇ ਉੱਤੋਂ ਦੀ ਲੰਘਣ ਦੇਵੇ, ਸਗੋਂ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕਰ ਲਏ ਅਤੇ ਯਾਹਾਸ ਵਿੱਚ ਤੰਬੂ ਲਾ ਕੇ ਇਸਰਾਏਲ ਨਾਲ ਲੜਿਆ ਅਤੇ
ਯਹੋਵਾ ਇਸਰਾਏਲ ਦੇ ਪਰਮੇਸ਼ਰ ਨੇ ਸੀਹੋਨ ਨੂੰ ਉਸ ਦੀ ਸਾਰੀ ਫੌਜ ਸਣੇ ਇਸਰਾਏਲ ਦੇ ਹੱਥਾਂ ਵਿੱਚ ਕਰ ਦਿੱਤਾ ਅਤੇ ਉਹਨਾਂ ਨੇ ਉਹਨਾਂ ਨੂੰ ਮਾਰ ਲਿਆ। ਸੋ ਇਸੇ ਤਰ੍ਹਾਂ ਇਸਰਾਏਲੀਆਂ ਨੇ ਉਸ ਦੇਸ਼ ਦੀ ਵਾਸੀ ਅਮੋਰੀਆਂ ਦੇ ਸਾਰੇ ਦੇਸ਼ ਨੂੰ ਮੱਲ ਲਿਆ ਅਤੇ ਉਹਨਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੋੜੀ ਅਤੇ ਉਜਾੜੋਂ ਲੈ ਕੇ ਯਰਦਨ ਤੋੜੀ ਅਮੋਨੀਆਂ ਦੇ ਸਾਰੀਆਂ ਬੰਨੀਆਂ ਨੂੰ ਮੱਲ ਲਿਆ। ਸੋ ਹੁਣ ਯਹੋਵਾ ਇਸਰਾਏਲ ਦੇ ਪਰਮੇਸ਼ਰ ਨੇ ਅਮੋਰੀਆਂ ਨੂੰ ਆਪਣੇ ਪ੍ਰਜਾ ਇਸਰਾਏਲ ਦੇ ਅੱਗੇ ਪੱਤੀ ਤੋਂ ਕੱਢ ਦਿੱਤਾ ਤਾਂ ਭਲਾ ਤੂੰ ਉਹਦਾ ਪਤੀਦਾਰ ਬਣੇਗਾ ਜੋ ਤੇਰਾ ਦੇਵਤਾ ਕਾਮੋਸ ਤੈਨੂੰ ਪੱਤੀ ਵਿੱਚ ਦਿੰਦਾ ਹੈ, ਭਲਾ ਉਹਨੂੰ ਤੂੰ ਕਬਜ਼ੇ ਵਿੱਚ ਲੈਂਦਾ ਨਹੀਂ। ਸੋ ਅਸੀਂ ਵੀ ਉਹਨਾਂ ਸਭਨਾਂ ਨੂੰ ਜਿਹੜੇ ਯਹੋਵਾ ਸਾਡਾ ਪਰਮੇਸ਼ਰ ਸਾਡੇ ਅੱਗੋਂ ਕੱਢ ਦੇਵੇਗਾ ਜਿੱਤ ਕੇ ਕਬਜ਼ਾ ਕਰਾਂਗੇ। ਹੁਣ ਭਲਾ ਮੋਵਾਬ ਦੇ ਰਾਜਾ ਬਾਲਕ ਨਾਲੋਂ ਜੋ ਸਿਫੋਰ ਦਾ ਪੁੱਤਰ ਸੀ ਤੂੰ ਕੁਝ ਚੰਗਾ ਹੈ। ਉਸਨੇ ਇਸਰਾਏਲੀਆਂ ਨਾਲ ਕਦੀ ਝਗੜਾ ਕੀਤਾ ਜਾਂ ਕਦੀ ਉਹਨਾਂ ਦਾ ਸਾਹਮਣਾ ਕੀਤਾ ਸੀ? ਜਿਸ ਵੇਲੇ ਇਸਰਾਏਲੀ ਹਸਬੋਨ ਅਤੇ ਉਸ ਦੀਆਂ ਪਿੰਡਾਂ ਵਿੱਚ ਅਤੇ ਅਰੋਯੇਰ ਅਤੇ ਉਸ ਦੀਆਂ ਪਿੰਡਾਂ ਵਿੱਚ ਅਤੇ ਉਹਨਾਂ ਸਭਨਾ ਪਿੰਡਾਂ ਵਿੱਚ ਜਿਹੜੇ ਅਰਨੋਨ ਦੀਆਂ ਦੋਹਾਂ ਕੰਢੀਆਂ ਲਾਗੇ ਹਨ 300 ਵਰੇ ਵਸਿਆ। ਭਲਾ ਤੁਸਾਂ ਉਹਨਾਂ ਨੂੰ ਉਨੇ ਚਿਰ ਵਿੱਚ ਕਿਉਂ ਨਾ ਮੋੜ ਲਿਆ? ਗੱਲ ਕਾਦੀ? ਮੈਂ ਤਾਂ ਤੇਰਾ ਪਾਪ ਨਹੀਂ ਕੀਤਾ, ਸਗੋਂ ਤੂੰ ਮੇਰੇ ਨਾਲ ਬੁਰਾਈ ਕਰਦਾ ਹੈ ਜੋ ਮੇਰੇ ਨਾਲ ਲੜਨ ਆਉਂਦਾ ਹੈ। ਸੋ ਯਹੋਵਾ ਹੀ ਜੋ ਨਿਆਈ ਹੈ ਇਸਰਾਏਲੀਆਂ ਅਤੇ ਅਮੋਨੀਆਂ ਦੇ ਵਿਚਕਾਰ ਅੱਜ ਦੇ ਦਿਨ ਨਿਆਂ ਕਰੇ। ਪਰ ਅਮੋਨੀਆਂ ਦੇ ਰਾਜਾ ਨੇ ਉਹਨਾਂ ਗੱਲਾਂ ਨੂੰ ਜੋ ਯਫਤਾ ਨੇ ਉਸ ਨੂੰ ਆਖ ਕੱਲਿਆ ਸਨ ਨਾ ਸੁਣੀਆਂ। ਤਦ ਯਹੋਵਾ ਦਾ ਆਤਮਾ ਯਫਤਾ ਉੱਤੇ ਆਇਆ ਅਤੇ ਉਹ ਗਿਲਿਆਦ ਅਤੇ ਮਨਸਾ ਤੋਂ ਲੰਘ ਕੇ ਗਿਲਿਆਦ ਦੇ ਮਿਸਪੇ ਨੂੰ ਅੱਪੜ ਪਿਆ ਅਤੇ ਗਿਲਿਆਦ ਦੇ ਮਿਸਪੇ ਤੋਂ ਅਮੋਨੀਆਂ ਵੱਲ ਲੰਘਣ ਲੱਗਾ। ਅਤੇ ਯਫਤਾ ਨੇ ਯਹੋਵਾ ਦੀ ਸੁਖਨਾ ਸੁਖ ਕੇ ਆਖਿਆ, ਭਈ ਜੇ ਤੂੰ ਸੱਚਮੁੱਚ ਅਮੋਨੀਆਂ ਨੂੰ ਮੇਰੇ ਹੱਥ ਸੌਂਪ ਦੇਵੇਂ ਤਾਂ ਅਜਿਹਾ ਹੋਵੇ ਕਿ ਜਿਸ ਵੇਲੇ ਮੈਂ ਅਮੋਨੀਆਂ ਵੱਲੋਂ ਸੁਖ ਸ਼ਾਂਤ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਤੋਂ ਮੇਰੇ ਮਿਲਣ ਨੂੰ ਪਹਿਲੋਂ ਨਿਕਲੇਗਾ ਸੋ ਉਹ ਯਹੋਵਾ ਦਾ ਹੋਵੇਗਾ ਅਤੇ ਮੈਂ ਉਹਨੂੰ ਹੋਮ ਦੀ ਬਲੀ ਚੜਾਵਾਂਗਾ। ਤਦ ਯਫਤਾ ਅਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਅਤੇ ਯਹੋਵਾ ਨੇ ਉਹਨਾਂ ਨੂੰ ਉਹਦੇ ਹੱਥ ਸੌਂਪ ਦਿੱਤਾ ਅਤੇ ਉਹਨੇ ਅਰੋਯੇਰ ਤੋਂ ਲੈ ਕੇ ਮਿੰਨੀ ਦੇ ਅੱਪੜਨ ਤੋੜੀ ਜੋ 20 ਸ਼ਹਿਰ ਹਨ ਅਤੇ ਦਾਖਾਂ ਦੇ ਬਾਗਾਂ ਤੋੜੀ ਬਹੁਤ ਵੱਡੀ ਵਾੜ ਨਾਲ ਉਹਨਾਂ ਨੂੰ ਵੱਢਿਆ। ਇਸ ਤਰ੍ਹਾਂ ਅਮੋਨੀ ਇਸਰਾਏਲੀਆਂ ਕੋਲੋਂ ਹਾਰ ਗਏ। ਯਫਤਾ ਮਿਸਪਾ ਨੂੰ ਆਪਣੇ ਘਰ ਆਇਆ ਅਤੇ ਵੇਖੋ ਉਹਦੀ ਧੀ ਡੰਡ ਵਜਾਉਂਦੀ ਅਤੇ ਨੱਚਦੀ ਹੋਈ ਉਹਦੇ ਮਿਲਣ ਨੂੰ ਨਿਕਲੀ ਅਤੇ ਉਹ ਉਸਦੀ ਇਕਲੌਤੀ ਸੀ। ਉਸ ਤੋਂ ਬਿਨਾਂ ਹੋਰ ਪੁੱਤਰ ਧੀ ਉਹਦੇ ਕੋਈ ਨਹੀਂ ਸੀ। ਤਾਂ ਅਜਿਹਾ ਹੋਇਆ ਭਈ ਜਾਂ ਉਹਨੇ ਉਸ ਨੂੰ ਡਿੱਠਾ ਤਾਂ ਉਹਨੂੰ ਆਪਣੇ ਲੀੜੇ ਪਾੜ ਕੇ ਆਖਿਆ, ਹਾਏ ਹਾਏ ਮੇਰੀ ਧੀਏ, ਤੇ ਮੈਨੂੰ ਬਹੁਤ ਨੀਵਾ ਕੀਤਾ। ਸਗੋਂ ਤੂੰ ਉਹਨਾਂ ਵਿੱਚੋਂ ਹੈ ਜੋ ਮੈਨੂੰ ਦੁੱਖ ਦਿੰਦੇ ਹਨ, ਕਿਉਂ ਜੋ ਮੈਂ ਯਹੋਵਾ ਨੂੰ ਵਚਨ ਦਿੱਤਾ ਹੈ ਅਤੇ ਟਾਲ ਨਹੀਂ ਸਕਦਾ। ਉਸਨੇ ਉਹਨੂੰ ਆਖਿਆ, ਹੈ ਮੇਰੇ ਪਿਓ, ਜੋ ਤੈਂ ਯਹੋਵਾ ਨੂੰ ਵਚਨ ਦਿੱਤਾ ਹੈ ਸੋ ਜੋ ਕੁਝ ਤੈਂ ਮੂੰਹੋਂ ਕੱਢਿਆ ਹੈ ਸੋ ਮੇਰੇ ਨਾਲ ਕਰ, ਕਿਉਂ ਜੋ ਯਹੋਵਾ ਨੇ ਤੇਰੇ ਵੈਰੀ ਅਮੋਨੀਆਂ ਤੋਂ ਤੇਰਾ ਬਦਲਾ ਲਿਆ ਹੈ। ਫਿਰ ਉਸਨੇ ਆਪਣੇ ਪਿਓ ਨੂੰ ਆਖਿਆ, ਮੇਰੇ ਲਈ ਇੰਨਾ ਕਰ, 2 ਮਹੀਨੇ ਮੈਨੂੰ ਛੱਡ ਦੇ ਜੋ ਮੈਂ ਪਹਾੜਾਂ ਵਿੱਚ ਫਿਰਾਂ ਅਤੇ ਮੈਂ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ। ਉਹ ਬੋਲਿਆ, ਜਾ, ਅਤੇ ਉਹਨੇ ਉਸ ਨੂੰ
2 ਮਹੀਨਿਆਂ ਦੀ ਵਹਿਲ ਦਿੱਤੀ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਗਈ ਅਤੇ ਪਹਾੜਾਂ ਉੱਤੇ ਆਪਣੇ ਗੁਆਰਪੁਣੇ ਤੇ ਰੋਈ ਪਿੱਟੀ। ਅਜਿਹਾ ਹੋਇਆ ਕਿ 2 ਮਹੀਨਿਆਂ ਪਿੱਛੋਂ ਉਹ ਆਪਣੇ ਪਿਓ ਕੋਲ ਆਈ ਅਤੇ ਉਹਨੇ ਉਸ ਦੇ ਨਾਲ ਉਸ ਸੁਪਨਾ ਅਨੁਸਾਰ ਜੋ ਉਸ ਸੁੱਕੀ ਸੀ ਕੀਤਾ ਅਤੇ ਉਹ ਪੁਰਖ ਤੋਂ ਅਣਜਾਣ ਰਹੀ। ਉਪਰੰਤ ਇਸਰਾਏਲੀਆਂ ਵਿੱਚ ਇਹ ਮਰਜ਼ਾਦਾ ਠਹਿਰੀ ਜੋ ਵਰੇ ਦੇ ਵਰੇ ਇਸਰਾਏਲ ਦੀਆਂ ਧੀਆਂ ਵਰੇ ਵਿੱਚ 4 ਦਿਨ ਤੋੜੀ ਯਿਫਤਾ ਗਿਲਿਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ। ਨਿਆਂਇਆਂ ਦੀ ਪੋਥੀ ਅਧਿਆਇ 12। ਯਫਰਾਇਮ ਦੇ ਲੋਕ ਇਕੱਠੇ ਹੋ ਕੇ ਉੱਤਰ ਵੱਲ ਗਏ ਅਤੇ ਯਿਫਤਾ ਨੂੰ ਆਖਿਆ, ਤੂੰ ਜੋ ਅਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਲੰਘਿਆ ਤਾਂ ਸਾਨੂੰ ਕਿਉਂ ਨਹੀਂ ਸੱਦਿਆ ਜੋ ਅਸੀਂ ਵੀ ਤੇਰੇ ਨਾਲ ਜਾਂਦੇ। ਸੋ ਹੁਣ ਅਸੀਂ ਤੇਰੇ ਘਰ ਨੂੰ ਤੇਰੇ ਸਣੇ ਫੂਕ ਸੁੱਟਾਂਗੇ। ਤਾਂ ਯਿਫਤਾ ਨੇ ਉਹਨੂੰ ਉੱਤਰ ਦਿੱਤਾ, ਮੇਰਾ ਅਤੇ ਮੇਰੀਆਂ ਲੋਕਾਂ ਦਾ ਅਮੋਨੀਆਂ ਨਾਲ ਵੱਡਾ ਝਗੜਾ ਹੋ ਰਿਹਾ ਅਤੇ ਜਦ ਮੈਂ ਤੁਹਾਨੂੰ ਸੱਦਿਆ ਤਾਂ ਤੁਸੀਂ ਉਹਨਾਂ ਦੇ ਹੱਥੋਂ ਮੈਨੂੰ ਨਾ ਛੁਡਾਇਆ। ਤਦ ਮੈਂ ਇਹ ਡਿੱਠਾ ਜੋ ਤੁਹਾਡੇ ਵੱਲੋਂ ਬਚਾਓ ਨਹੀਂ ਹੁੰਦਾ ਤਾਂ ਮੈਂ ਆਪਣੀ ਜਿੰਦ ਤਲੀ ਉੱਤੇ ਰੱਖੀ ਅਤੇ ਪਾਰ ਲੰਘ ਕੇ ਅਮੋਨੀਆਂ ਦਾ ਸਾਹਮਣਾ ਕੀਤਾ ਅਤੇ ਯਹੋਵਾ ਨੇ ਉਹਨਾਂ ਨੂੰ ਮੇਰੇ ਹੱਥ ਸੌਂਪ ਦਿੱਤਾ। ਸੋ ਤੁਸੀਂ ਅੱਜ ਦੇ ਦਿਨ ਇਸ ਲਈ ਮੇਰੇ ਉੱਤੇ ਚੜ ਆਏ ਹੋ ਜੋ ਮੇਰੇ ਨਾਲ ਲੜੇ। ਤਦ ਯਿਫਤਾ ਨੇ ਸਭਨਾ ਗਿਲਿਆਦੀਆਂ ਨੂੰ ਇਕੱਠੇ ਕਰਕੇ ਇਫਰਾਈਮੀਆਂ ਨਾਲ ਲੜਾਈ ਕੀਤੀ ਅਤੇ ਗਿਲਿਆਦੀਆਂ ਨੇ ਇਫਰਾਈਮੀਆਂ ਨੂੰ ਮਾਰ ਲਿਆ। ਇਸ ਲਈ ਜੋ ਉਹ ਆਖਦੇ ਸਨ, ਤੁਸੀਂ ਗਿਲਿਆਦੀ ਇਫਰਾਈਮ ਦੇ ਪਗੋਡੇ ਹੋ ਜੋ ਇਫਰਾਈਮੀਆਂ ਅਤੇ ਮਨਸੀਆਂ ਦੇ ਵਿਚਕਾਰ ਰਹਿੰਦੇ ਹੋ। ਅਤੇ ਗਿਲਿਆਦੀਆਂ ਨੇ ਯਰਦਨ ਦੀਆਂ ਪਤਨਾਂ ਨੂੰ ਜੋ ਇਫਰਾਈਮੀਆਂ ਦੇ ਸਾਹਮਣੇ ਸਨ ਮੱਲ ਲਿਆ। ਅਤੇ ਅਜਿਹਾ ਹੋਇਆ ਕਿ ਜਾਂ ਕੋਈ ਇਫਰਾਈਮੀ ਭੱਜਾ ਹੋਇਆ ਆਣ ਕੇ ਬੋਲਿਆ, ਮੈਨੂੰ ਪਾਰ ਲੰਘਣ ਦਿਓ, ਤਾਂ ਗਿਲਿਆਦੀਆਂ ਨੇ ਉਹਨੂੰ ਪੁੱਛਿਆ, ਤੂੰ ਇਫਰਾਈਮੀ ਹੈ? ਜੇ ਉਹਨੇ ਆਖਿਆ ਨਹੀਂ ਤਾਂ ਉਹਨਾਂ ਨੇ ਉਸ ਨੂੰ ਆਖਿਆ, ਭਲਾ ਕਹੋ ਤਾਂ ਸ਼ੀ ਬੋਲਤ। ਅਤੇ ਉਹਨੇ ਆਖਿਆ, ਸ਼ੀ ਬੋਲਤ। ਇਸ ਲਈ ਜੋ ਇਹ ਗੱਲ ਉਹਦੀ ਜੀਭ ਉੱਤੇ ਠੀਕ ਨਹੀਂ ਚੜਦੀ ਸੀ ਤਾਂ ਉਹਨਾਂ ਨੇ ਉਸ ਨੂੰ ਫੜ ਕੇ ਯਰਦਨ ਦੀਆਂ ਪਤਨਾਂ ਕੋਲ ਵੱਢ ਸੁੱਟਿਆ। ਸੋ ਉਸ ਵੇਲੇ 45,000 ਇਫਰਾਈਮੀ ਵੱਢੇ ਗਏ। ਯਿਫਤਾ ਨੇ 6 ਵਰ੍ਹਿਆਂ ਤੋੜੀ ਇਸਰਾਏਲ ਦਾ ਨਿਆਂ ਕੀਤਾ। ਇਹਦੇ ਪਿੱਛੋਂ ਯਿਫਤਾ ਗਿਲਿਆਦੀ ਮਰ ਗਿਆ ਅਤੇ ਗਿਲਿਆਦ ਦੇ ਕਿਸੇ ਸ਼ਹਿਰ ਵਿੱਚ ਦੱਬਿਆ ਗਿਆ। ਉਹਦੇ ਪਿੱਛੋਂ ਇਬਸਾਨ ਬੇਦਲਮੀ ਇਸਰਾਏਲ ਦਾ ਨਿਆਂਈ ਬਣਿਆ। ਉਹਦੇ 30 ਪੁੱਤਰ ਅਤੇ 30 ਧੀਆਂ ਸਨ। ਸੋ 30 ਧੀਆਂ ਉਹਨੇ ਪਰਦੇਸ ਵਿਆਹੀਆਂ ਅਤੇ ਆਪਣੀਆਂ 30 ਪੁੱਤਰਾਂ ਦੇ ਲਈ ਪਰਦੇਸੋਂ 30 ਨੂੰਹਾਂ ਲੈ ਆਇਆ ਅਤੇ 7 ਵਰ੍ਹਿਆਂ ਤੋੜੀ ਉਹ ਇਸਰਾਏਲੀਆਂ ਦਾ ਨਿਆਂਈ ਬਣਿਆ ਰਿਹਾ। ਤਦ ਇਬਸਾਨ ਮਰ ਗਿਆ ਅਤੇ ਬੇਤਲਹੇਮ ਵਿੱਚ ਦੱਬਿਆ ਗਿਆ। ਉਹਦੇ ਪਿੱਛੋਂ ਜ਼ਬੂਲੂਨੀ ਏਲੋਨ ਇਸਰਾਏਲੀਆਂ ਦਾ ਨਿਆਂਈ ਹੋਇਆ ਅਤੇ ਉਹ 10 ਵਰ੍ਹਿਆਂ ਤੋੜੀ ਇਸਰਾਏਲੀਆਂ ਦਾ ਨਿਆਂਈ ਬਣਿਆ ਰਿਹਾ। ਅਤੇ ਜ਼ਬੂਲੂਨੀ ਏਲੋਨ ਮਰ ਗਿਆ ਅਤੇ ਜ਼ਬੂਲੂਨ ਦੇ ਦੇਸ਼ ਵਿੱਚ ਆਇਲੋਨ ਵਿੱਚ ਦੱਬਿਆ ਗਿਆ। ਉਸ ਦੇ ਪਿੱਛੋਂ ਹਿਲੇਲ ਫਿਰਾਤੋਨੀ ਦਾ ਪੁੱਤਰ ਅਬਦੋਨ ਇਸਰਾਏਲ ਦਾ ਨਿਆਂਈ ਬਣਿਆ। ਉਹਦੇ 40 ਪੁੱਤਰ ਅਤੇ 30 ਪੋਤਰੇ ਸਨ ਜਿਹੜੇ 17 ਪੋਤਿਆਂ ਦੇ ਬੱਚਿਆਂ ਉੱਤੇ ਛੱਡਦੇ ਸਨ। ਉਹਨੇ 8 ਵਰ੍ਹੇ ਇਸਰਾਏਲੀਆਂ ਉੱਤੇ ਨਿਆਂ ਕੀਤਾ। ਤਾਂ ਹਿਲੋਲ ਫਿਰਾਤੋਨੀ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਅਮਲੇਕ ਦਾ ਪਹਾੜ ਵਿੱਚ ਇਫਰਾਈਮ ਦੇ ਦੇਸ਼ ਵਿੱਚ ਫਿਰਾਤੋਨ ਦੇ ਵਿੱਚ ਦੱਬਿਆ ਗਿਆ। ਮੱਤੀ ਦੀ ਇੰਜੀਲ ਅਧਿਆਇ 21। ਜਾਂ ਉਹ ਯਰੂਸ਼ਲਮ ਦੇ ਨੇੜੇ ਆਏ
ਔਰ ਜੈਤੂਨ ਦੇ ਪਹਾੜ ਉੱਤੇ ਬੇਤਫਗਾ ਕੋਲ ਪਹੁੰਚੇ ਤਾਂ ਯੀਸ਼ੂ ਨੇ 2 ਚੇਲਿਆਂ ਨੂੰ ਕੱਲਿਆ ਅਤੇ ਉਹਨਾਂ ਨੂੰ ਕਿਹਾ, ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਵੜਦੇ ਹੀ ਤੁਸੀਂ ਇੱਕ ਗਧੀ ਬੰਨੀ ਹੋਈ ਅਤੇ ਔਰ ਉਹਦੇ ਨਾਲ ਬੱਚੇ ਨੂੰ ਪਾਓਗੇ, ਸੋ ਖੋਲ ਕੇ ਮੇਰੇ ਕੋਲ ਲਿਆਓ। ਔਰ ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਕਹਿਣਾ ਭਈ ਪ੍ਰਭੂ ਨੂੰ ਇਹਨਾਂ ਦੀ ਲੋੜ ਹੈ, ਫਿਰ ਉਹ ਉਸੇ ਵੇਲੇ ਉਹਨਾਂ ਨੂੰ ਕੱਲ ਦੇਵੇਗਾ। ਸੋ ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਵਚਨ ਪੂਰਾ ਹੋਵੇ। ਸਿਯੋਨ ਦੇ ਤੀਨੋਂ ਆਖੋ, ਵੇਖ ਤੇਰਾ ਪਾਤਸ਼ਾਹ ਅਧੀਨ ਕੀ ਨਾਲ ਗਧੀ ਉੱਤੇ ਸਗੋਂ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ। ਤਾਂ ਚੇਲਿਆਂ ਨੇ ਜਾ ਕੇ ਜ਼ਿਕਰ ਯੀਸ਼ੂ ਨੇ ਹੁਕਮ ਦਿੱਤਾ ਸੀ ਤਿਹਾ ਹੀ ਕੀਤਾ ਅਤੇ ਗਧੀ ਨੂੰ ਬੱਚੇ ਸਣੇ ਲਿਆਏ ਔਰ ਆਪਣੇ ਲੀੜੇ ਉਹਨਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਉਹਨਾਂ ਦੇ ਚੜ ਬੈਠਾ। ਅਤੇ ਭੀੜ ਦੇ ਬਹੁਤਿਆਂ ਲੋਕਾਂ ਨੇ ਆਪਣੇ ਲੀੜੇ ਰਸਤੇ ਵਿੱਚ ਵਿਛਾਏ, ਪਰ ਹੋਰਨਾਂ ਨੇ ਬਿਰਛਾਂ ਦੀਆਂ ਟਾਹਲੀਆਂ ਵੱਢ ਕੇ ਰਸਤੇ ਵਿੱਚ ਵਿਛਾ ਦਿੱਤੀਆਂ। ਅਤੇ ਭੀੜ ਜਿਹੜੀ ਉਹਦੇ ਅੱਗੇ ਪਿੱਛੇ ਚੱਲੀ ਜਾਂਦੀ ਸੀ ਉੱਚੀ ਆਵਾਜ਼ ਨਾਲ ਆਖਣ ਲੱਗੀ, ਹੋਸਨਾ ਦਾਊਦ ਦੇ ਪੁੱਤਰ ਨੂੰ, ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ, ਪਰਮ ਧੰਮ ਵਿੱਚ ਹੋਸਨਾ। ਔਰ ਜਦ ਉਹ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਇਹ ਆਖ ਕੇ ਹਿੱਲ ਗਿਆ ਕਿ ਇਹ ਕੌਣ ਹੈ। ਤਾਂ ਲੋਕਾਂ ਨੇ ਆਖਿਆ, ਇਹ ਯੀਸ਼ੂ ਗਲੀਲ ਦੇ ਨਾਸਰਤ ਦਾ ਨਬੀ ਹੈ। ਫਿਰ ਯੀਸ਼ੂ ਪਰਮੇਸ਼ਰ ਦੇ ਹੇਕਲ ਵਿੱਚ ਗਿਆ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਹੇਕਲ ਵਿੱਚ ਵੇਚਦੇ ਔਰ ਮੁੱਲ ਲੈਂਦੇ ਸਨ ਕੱਢ ਦਿੱਤਾ ਅਤੇ ਸਰਾਫਾਂ ਦੇ ਤਖਤਪੋਸ਼ ਔਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸੁੱਟੀਆਂ ਅਤੇ ਉਹਨਾਂ ਨੂੰ ਕਿਹਾ ਕਿ ਲਿਖਿਆ ਹੈ, ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ, ਪਰ ਤੁਸੀਂ ਉਹਨੂੰ ਟਾਕੂਆਂ ਦੇ ਕੋ ਬਣਾਉਂਦੇ ਹੋ। ਅਤੇ ਹੇਕਲ ਵਿੱਚ ਅੰਨੇ ਔਰ ਲੰਗੜੇ ਉਹਦੇ ਕੋਲ ਆਏ ਅਤੇ ਉਸਨੇ ਉਹਨਾਂ ਨੂੰ ਚੰਗਾ ਕੀਤਾ। ਔਰ ਜਾਂ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਉਹਨਾਂ ਅਚਰਜ ਕੰਮਾਂ ਨੂੰ ਜਿਹੜੇ ਉਸਨੇ ਕੀਤਾ ਔਰ ਬਾਲਕਾਂ ਨੂੰ ਹੇਕਲ ਵਿੱਚ ਉੱਚੀ ਆਵਾਜ਼ ਨਾਲ ਬੋਲਦੇ ਅਤੇ ਦਾਊਦ ਦੇ ਪੁੱਤਰ ਨੂੰ ਹੋਸਨਾ ਆਖਦੇ ਵੇਖਿਆ ਤਾਂ ਖਿੱਚ ਗਏ ਅਤੇ ਉਹਨੂੰ ਕਿਹਾ, ਕੀ ਤੂੰ ਸੁਣਦਾ ਹੈ ਜੋ ਇਹ ਕੀ ਆਖਦੇ ਹਨ? ਯੀਸ਼ੂ ਨੇ ਉਹਨਾਂ ਨੂੰ ਕਿਹਾ, ਹਾਂ, ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਗਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ? ਤਾਂ ਉਹ ਉਹਨਾਂ ਨੂੰ ਛੱਡ ਕੇ ਸ਼ਹਿਰੋਂ ਬਾਹਰ ਨਿਕਲਿਆ ਔਰ ਬੇਦਾਨੀਆਂ ਵਿੱਚ ਆਣ ਕੇ ਉੱਤੇ ਰਾਤ ਕੱਟੀ। ਜਾਂ ਤੜਕੇ ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ ਤਾਂ ਉਹਨੂੰ ਭੁੱਖ ਲੱਗੀ ਅਤੇ ਰਸਤੇ ਕੋਲ ਅੰਜੀਰ ਦਾ ਇੱਕ ਵਿਰਛ ਵੇਖ ਕੇ ਉਸਦੇ ਨੇੜੇ ਗਿਆ, ਪਰ ਪੱਤਾ ਬਿਨਾ ਉਸ ਉੱਤੇ ਹੋਰ ਕੁਝ ਨਾ ਲੱਭਿਆ। ਅਤੇ ਉਸਨੇ ਉਸਨੂੰ ਆਖਿਆ ਕਿ ਅੱਜ ਤੋਂ ਲੈ ਕੇ ਤੈਨੂੰ ਕਦੀ ਫਲ ਨਾ ਲੱਗੇ। ਅਤੇ ਅੰਜੀਰ ਦਾ ਬਿਰਛ ਉਵੇਂ ਸੁੱਕ ਗਿਆ। ਔਰ ਚੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਅੰਜੀਰ ਦਾ ਬਿਰਛ ਕਿੱਕਰ ਐਡੀ ਛੇਤੀ ਸੁੱਕ ਗਿਆ? ਯੀਸ਼ੂ ਨੇ ਉਹਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਈ ਜੇ ਤੁਹਾਨੂੰ ਨੇਚਾ ਹੋਵੇ ਅਤੇ ਤੁਸੀਂ ਪਰਮ ਨਾ ਕਰੋ ਤਾਂ ਤੁਸੀਂ ਨਿਰਾ ਇਹੋ ਨਹੀਂ ਕਰੋਗੇ ਜੋ ਅੰਜੀਰ ਦੇ ਬਿਰਛ ਨਾਲ ਹੋਇਆ, ਸਗੋਂ ਜੇ ਤੁਸੀਂ ਇਸ ਪਹਾੜ ਨੂੰ ਕਹੋ ਜੋ ਉੱਠ ਔਰ ਸਮੁੰਦਰ ਵਿੱਚ ਜਾ ਪੈ ਤਾਂ ਅਜਿਹਾ ਹੋ ਜਾਵੇਗਾ। ਅਤੇ ਸਭ ਕੁਝ ਜੋ ਤੁਸੀਂ ਨੇਚਾ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ। ਤਦ ਉਹ ਹੇਕਲ ਵਿੱਚ ਆਣ ਕੇ ਉਪਦੇਸ਼ ਦਿੰਦਾ ਸੀ। ਤਦ ਪ੍ਰਧਾਨ ਜਾਜਕ ਔਰ ਲੋਕਾਂ ਦੇ ਬਜ਼ੁਰਗ ਉਹਦੇ ਕੋਲ ਆਏ ਅਤੇ ਬੋਲੇ, ਤੂੰ ਕਿਹੜੇ ਇਖਤਿਆਰ ਨਾਲ ਇਹ ਕੰਮ ਕਰਦਾ ਹੈ ਔਰ ਕਿਹਨੇ ਤੈਨੂੰ ਇਹ ਇਖਤਿਆਰ ਦਿੱਤਾ? ਪਰ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਤੋਂ ਇੱਕ ਗੱਲ ਪੁੱਛਣਾ,
ਸੋ ਜੇ ਤੁਸੀਂ ਮੈਨੂੰ ਦੱਸੋ ਜੋ ਮੈਂ ਵੀ ਤੁਹਾਨੂੰ ਦੱਸਾਂਗਾ ਭਈ ਮੈਂ ਕਿਹੜੇ ਇਖਤਿਆਰ ਨਾਲ ਇਹ ਕੰਮ ਕਰਦਾ ਹਾਂ। ਯੂਹੰਨਾ ਦਾ ਬਪਤਿਸਮਾ ਕਿਤੋਂ ਸੀ, ਸਵਰਗ ਵੱਲੋਂ ਜਾਂ ਮਨੁੱਖਾਂ ਵੱਲੋਂ? ਅਤੇ ਉਹ ਆਪੋ ਵਿੱਚ ਵਿਚਾਰ ਕਰਕੇ ਕਹਿਣ ਲੱਗੇ, ਜੇ ਕਹੀਏ ਸਵਰਗ ਵੱਲੋਂ ਤਾਂ ਉਹ ਸਾਨੂੰ ਆਖ, ਫਿਰ ਤੁਸਾਂ ਉਹਦੀ ਪ੍ਰਤੀਤ ਕਿਉਂ ਨਾ ਕੀਤੀ? ਔਰ ਜੇ ਕਹੀਏ ਮਨੁੱਖਾਂ ਵੱਲੋਂ ਤਾਂ ਲੋਕਾਂ ਤੋਂ ਡਰਦੇ ਹਾਂ, ਕਿਉਂ ਜੋ ਸਭ ਯੂਹੰਨਾ ਨੂੰ ਨਬੀ ਜਾਣਦੇ ਹਨ। ਸੋ ਉਹਨਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ। ਉਸਨੇ ਵੀ ਉਹਨਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜਾ ਇਖਤਿਆਰ ਨਾਲ ਮੈਂ ਇਹ ਕੰਮ ਕਰਦਾ ਹਾਂ। ਪਰ ਤੁਸੀਂ ਕੀ ਸਮਝਦੇ ਹੋ? ਇੱਕ ਮਨੁੱਖ ਦੇ 2 ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ, ਪੁੱਤਰ ਜਾ ਅੱਜ ਅੰਗੂਰੀ ਬਾਗ ਵਿੱਚ ਕੰਮ ਕਰ। ਅਤੇ ਉਸਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ, ਪਰ ਪਿੱਛੋਂ ਪਛਤਾ ਕੇ ਗਿਆ। ਫਿਰ ਦੂਏ ਦੇ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸਨੇ ਉੱਤਰ ਦਿੱਤਾ, ਅੱਛਾ ਜੀ, ਪਰ ਗਿਆ ਨਾ। ਸੋ ਇਹਨਾਂ ਦੋਹਾਂ ਵਿੱਚੋਂ ਕਿਹਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ? ਉਹਨਾਂ ਆਖਿਆ, ਪਹਿਲੇ ਨੇ। ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ਰ ਦੇ ਰਾਜ ਵਿੱਚ ਜਾਂਦੇ ਹਨ। ਕਿਉਂ ਜੋ ਯੂਹੰਨਾ ਧਰਮ ਦੇ ਰਾਹੀ ਤੁਹਾਡੇ ਕੋਲ ਆਇਆ ਅਤੇ ਤੁਸਾਂ ਉਹਦੀ ਪ੍ਰਤੀਤ ਨਾ ਕੀਤੀ, ਪਰ ਮਸੂਲੀਆਂ ਔਰ ਕੰਜਰੀਆਂ ਨੇ ਉਹਦੀ ਪ੍ਰਤੀਤ ਕੀਤੀ ਅਤੇ ਤੁਸੀਂ ਇਹ ਵੇਖ ਕੇ ਪਿੱਛੋਂ ਵੀ ਨਾ ਪਛਤਾਏ ਪਈ ਉਹਦੀ ਪ੍ਰਤੀਤ ਕਰਦੇ। ਇੱਕ ਹੋਰ ਦ੍ਰਿਸ਼ਟਾਂਤ ਸੁਣੋ। ਜੋ ਇੱਕ ਘਰ ਦਾ ਮਾਲਕ ਸੀ, ਜਿਨੇ ਅੰਗੂਰੀ ਬਾਗ ਲਾਇਆ ਅਤੇ ਉਹਦੇ ਚੁਫੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬਚਾ ਕੱਢਿਆ ਅਤੇ ਪੁਰਜ ਉਸਾਰਿਆ ਔਰ ਉਹਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚਲਿਆ ਗਿਆ। ਜਾਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹਨੇ ਆਪਣੇ ਚਾਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਕੱਲੇ ਅਤੇ ਮਾਲੀਆਂ ਨੇ ਉਹਦੇ ਚਾਕਰਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ ਔਰ ਕਿਸੇ ਨੂੰ ਮਾਰ ਸੁੱਟਿਆ ਔਰ ਕਿਸੇ ਨੂੰ ਪਤਰਾਓ ਕੀਤਾ। ਫਿਰ ਉਹਨੇ ਹੋਰ ਚਾਕਰ ਪਹਿਲਿਆਂ ਨਾਲੋਂ ਵਧੇਰੇ ਕੱਲੇ ਅਤੇ ਉਹਨਾਂ ਨੇ ਇਹਨਾਂ ਨਾਲ ਵੀ ਉਸੇ ਤਰ੍ਹਾਂ ਕੀਤਾ। ਉਡਕ ਉਸਨੇ ਆਪਣੇ ਪੁੱਤਰ ਨੂੰ ਉਹਨਾਂ ਦੇ ਕੋਲ ਇਹ ਕਹਿ ਕੇ ਘੱਲਿਆ, ਪਈ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ। ਪਰ ਮਾਲੀਆਂ ਨੇ ਜਾਂ ਉਹਦੇ ਪੁੱਤਰ ਨੂੰ ਵੇਖਿਆ ਤਾਂ ਆਪੋ ਵਿੱਚ ਕਿਹਾ, ਵਾਰਸ ਇਹੋ ਹੈ, ਆਓ ਇਹਨੂੰ ਮਾਰ ਸੁੱਟੀਏ ਅਤੇ ਉਹਦਾ ਵਿਰਸਾ ਸਾਂਭ ਲਈਏ। ਅਤੇ ਉਹਨਾਂ ਉਸ ਨੂੰ ਫੜਿਆ ਔਰ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ। ਸੋ ਜਦ ਬਾਗ ਦਾ ਮਾਲਕ ਆਵੇਗਾ ਤਦ ਉਹਨਾਂ ਮਾਲੀਆਂ ਨਾਲ ਕੀ ਕਰੇਗਾ? ਉਹਨਾਂ ਨੇ ਉਸ ਨੂੰ ਆਖਿਆ ਕਿ ਉਹਨਾਂ ਬੁਰੀਆਰਾਂ ਦਾ ਬੁਰੀ ਤਰ੍ਹਾਂ ਨਾਸ਼ ਕਰੋ ਅਤੇ ਅੰਗੂਰੀ ਬਾਗ ਹੋਰਨਾਂ ਮਾਲੀਆਂ ਨੂੰ ਸੌਂਪੇਗਾ, ਜੋ ਰੁੱਤ ਸਿਰ ਉਸ ਨੂੰ ਫਲ ਪਹੁੰਚਾਉਣਗੇ। ਯਿਸੂ ਨੇ ਉਹਨਾਂ ਨੂੰ ਆਖਿਆ, ਭਲਾ ਤੁਸਾਂ ਲਿਖਤਾਂ ਵਿੱਚ ਕਦੇ ਨਹੀਂ ਪੜ੍ਹਿਆ, ਜਿਸ ਪੱਥਰ ਨੂੰ ਰਾਜੇ ਨੇ ਰੱਦਿਆ ਸੋਹੀ ਕੁੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੂ ਦੀ ਵੱਲੋਂ ਹੋਇਆ ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ, ਜੋ ਪਰਮੇਸ਼ਰ ਦਾ ਰਾਜ ਤੁਹਾਤੋਂ ਖੋਇਆ ਅਤੇ ਪਰਾਈ ਕੌਮਾਂ ਨੂੰ ਜਿਹੜੀ ਉਹਦੇ ਫਲ ਦੇਵੇ ਦਿੱਤਾ ਜਾਵੇਗਾ। ਔਰ ਜੋ ਕੋਈ ਇਸ ਪੱਥਰ ਉੱਤੇ ਡਿੱਗੇਗਾ ਸੋ ਚੂਰ-ਚੂਰ ਹੋ ਜਾਵੇਗਾ, ਪਰ ਜਿਹਦੇ ਉੱਤੇ ਉਹ ਡਿੱਗੇ ਉਹਨੂੰ ਪੀ ਸੁੱਟੇਗਾ। ਜਾਂ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਨੇ ਉਹਦੇ ਦ੍ਰਿਸ਼ਟਾਂਤ ਸੁਣੇ ਤਾਂ ਮਾਲੂਮ ਕੀਤਾ ਜੋ ਉਹ ਸਾਡੇ ਹੀ ਹੱਕ ਵਿੱਚ ਆਖਦਾ ਹੈ, ਅਤੇ ਜਾਂ ਉਹ ਉਸ ਨੂੰ ਫੜਨਾ ਚਾਹੁੰਦੇ ਸਨ ਤਾਂ ਉਹ ਲੋਕਾਂ ਤੋਂ ਡਰੇ, ਇਸ ਲਈ ਜੋ ਉਹ ਉਸ ਨੂੰ ਨਬੀ ਮੰਨਦੇ ਸਨ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ। ਅਬਰਾਮ ਦੱਖਣ ਦੇਸ਼ ਦੇ ਵੱਲ ਕੂਚ ਕਰਦਾ ਗਰਾਰ ਦੇ ਵਿੱਚ ਜਾ ਵਸਦਾ। ਉੱਤੇ ਗਰਾਰ ਦਾ ਰਾਜਾ ਅਬੀਮਲਕ ਸਾਰਾਈ ਨੂੰ ਆਪਣੀ ਤੀਵੀ ਬਣਾਉਣ ਲਈ ਲੈ ਜਾਂਦਾ। ਉਹ ਇਸ ਕਾਰਨ ਕਿ ਅਬਰਾਮ ਆਪਣੀ ਤੀਵੀ ਨੂੰ
ਪਹਿਨ ਆਕੇ ਰੱਖਦਾ। ਸੋ ਇਸ ਕਾਰਨ ਅਬੀਮੇਲਕ ਦੇ ਘਰ ਦੇ ਧੀਆਂ ਨੂੰ ਅਤੇ ਗੋਲੀਆਂ ਨੂੰ ਪਰਮੇਸ਼ਰ ਜਨਨ ਤੋਂ ਰੋਕ ਰੱਖਦਾ। ਉਸ ਤੋਂ ਬਾਅਦ ਪਰਮੇਸ਼ਰ ਅਬੀਮੇਲਕ ਦੇ ਦਰਸ਼ਨ ਦੇ ਵਿੱਚ ਆ ਕੇ ਕਹਿੰਦਾ, ਜਿਹਨੂੰ ਤੂੰ ਆਪਣੀ ਤੀਵੀ ਬਣਾਉਣ ਲਈ ਲੈ ਆਇਆ ਹੈ ਉਹ ਕਿਸੇ ਦੀ ਤੀਵੀ ਹੈ, ਸੋ ਤੂੰ ਉਹਨੂੰ ਅਤੇ ਉਹਦੀ ਤੀਵੀ ਨੂੰ ਛੱਡ ਦਿਓ। ਤਾਂ ਉਹ ਅਬੀਮੇਲਕ ਅਬਰਾਮ ਅਤੇ ਸਾਰਾ ਨੂੰ ਬੁਲਾ ਕੇ ਅਤੇ ਉਹਨਾਂ ਨੂੰ ਪ੍ਰਭੂ ਦੇ ਕਹਿਣੇ ਅਨੁਸਾਰ ਛੱਡ ਦਿੰਦਾ। ਪ੍ਰਭੂ ਦੇ ਪਿਆਰਿਓ, ਉਰੇ ਆਪਾਂ ਵੇਖਦੇ ਹਾਂ ਅਬੀਮੇਲਕ ਪ੍ਰਭੂ ਨੂੰ ਨਹੀਂ ਜਾਣਦਾ, ਫਿਰ ਵੀ ਪ੍ਰਭੂ ਦੇ ਆਕੇ ਅਨੁਸਾਰ ਕਰਦਾ ਹੋਇਆ ਵੇਖਦੇ ਹਾਂ। ਇਸੇ ਪ੍ਰਕਾਰ ਆਪਾਂ ਵੇਖੀਏ ਨਿਆਂਇਆਂ ਦੀ ਪੋਥੀ ਅਧਿਆਇ 11 ਦੇ ਵਿੱਚ ਯਿਫਤਾ ਨਾਮ ਦਾ ਇੱਕ ਨਿਆਂਈ ਇਸਰਾਏਲ ਦੇ ਵਿੱਚ ਨਵੇਂ ਖੜੇ ਹੋ ਜਾਂਦਾ। ਉਹ ਅਮੋਨੀ ਦੇ ਖਿਲਾਫ ਲੜਨ ਵਾਸਤੇ ਜਾਂਦਾ। ਉਹ ਜਾਣ ਤੋਂ ਪਹਿਲਾਂ ਉਹ ਯਹੋਵਾ ਪਰਮੇਸ਼ਰ ਨਾਲ ਆਪਣੀ ਹਰ ਹਾਲਤਾਂ ਨੂੰ, ਆਪਣੀ ਹਰ ਸਥਿਤੀ ਨੂੰ ਦੱਸਦਾ ਅਤੇ ਆਖਦਾ, ਹੈ ਪ੍ਰਭੂ ਯਹੋਵਾ, ਤੂੰ ਮੈਨੂੰ ਅਮੋਨੀ ਦੇ ਹੱਥੋਂ ਛੁਡਾ ਕੇ ਅਤੇ ਅਮੋਨੀ ਨੂੰ ਮੇਰੇ ਹੱਥ ਵਿੱਚ ਦੇ ਦੇਵੇ ਤਾਂ ਮੈਂ ਜਦ ਜਿੱਤ ਪ੍ਰਾਪਤ ਕਰਕੇ ਵਾਪਸ ਆਉਂਦੇ ਹੋਏ ਜਿਹੜੀ ਮੇਰੇ ਘਰ ਚੋਂ ਪਹਿਲਾਂ ਮੈਨੂੰ ਮਿਲਣ ਲਈ ਨਿਕਲ ਕੇ ਆਵੇਗਾ ਉਸ ਨੂੰ ਮੈਂ तेरे लिए होम बलि करके चढ़ावांगा। ये वो आक के लड़न ਲਈ ਜਾਂਦਾ ਅਤੇ ਉਹ ਉੱਤੇ ਅਮੋਨੀਆ ਉੱਤੇ ਜਿੱਤ ਪ੍ਰਾਪਤ ਕਰਦਾ ਅਤੇ ਜਦ ਉਹ ਵਾਪਸ ਆਂਦਾ ਉਹਦੇ ਇਕਲੌਤੀ ਧੀ ਉਹਨੂੰ ਮਿਲਣ ਵਾਸਤੇ ਘਰੋਂ ਬਾਹਰ ਨਿਕਲ ਕੇ ਆਂਦੀ ਹੈ। ਤਾਂ ਯਿਫਤਾ ਰੋਂਦਾ ਅਤੇ ਬਹੁਤ ਉਦਾਸ ਹੁੰਦਾ, ਮੈਂ ਪ੍ਰਭੂ ਨੂੰ ਮੂੰਹ ਖੋਲ ਕੇ ਸੁਖਨਾ ਸੁੱਕ ਚੁੱਕਿਆ, ਹੁਣ ਮੈਂ ਇਸ ਗੱਲ ਨੂੰ ਟਾਲ ਨਹੀਂ ਸਕਦਾ। ਉਦੋਂ ਉਹਦੀ ਧੀ ਉਹਦੇ ਸਾਥ ਦੇ ਕੇ ਕਹਿੰਦੀ ਹੈ, ਤੁਸੀਂ ਜੋ ਮੇਰੇ ਨਾਲ ਕਰਨਾ ਉਸ ਨੂੰ ਤੁਹਾਡੇ ਮੂੰਹੋਂ ਨਿਕਲਿਆ ਹੋਇਆ ਉਹਨਾਂ ਸ਼ਬਦਾਂ ਦੇ ਅਨੁਸਾਰ ਕਰੋ। ਯਹੋਵਾ ਦੇ ਅੱਗੇ ਜੋ ਗੱਲ ਤੁਸੀਂ ਮੂੰਹ ਖੋਲ ਕੇ ਕਿਹਾ ਉਸ ਨੂੰ ਨਾ ਟਾਓ। ਫਿਰ ਉਹ ਕਹਿੰਦੀ ਹੈ, ਮੈਨੂੰ ਸਿਰਫ 2 ਮਹੀਨਾ ਦਿਓ ਤਾਂ ਕਿ ਮੈਂ ਆਪਣੇ ਕੁਆਰਪੁਣੇ ਦੀ ਸੋਗ ਮੰਨਾ। ਸੋ ਉਸੇ ਪ੍ਰਕਾਰ ਉਹਦੇ 2 ਮਹੀਨੇ ਤੋਂ ਬਾਅਦ ਉਹਨੂੰ ਜਿਸ ਪ੍ਰਕਾਰ ਉਹ ਯਹੋਵਾ ਪਰਮੇਸ਼ਰ ਦੇ ਅੱਗੇ ਮੂੰਹ ਖੋਲ ਕੇ ਕਿਹਾ ਉਸ ਨੂੰ ਪੂਰਾ ਕਰਦਾ ਹੋਇਆ ਵੇਖਦੇ ਹਾਂ। ਯਿਫਤਾ ਇਸ ਨਿਆਈ ਵੀ ਆਪਣੇ ਮੂੰਹੋਂ ਪ੍ਰਭੂ ਕੋਲ ਕਿਹਾ ਹੋਇਆ ਉਸ ਗੱਲ ਨੂੰ ਕਰਨ ਲਈ ਆਪਣੀ ਤੀਵੀ ਨੂੰ ਵੀ ਕੋਣਾ ਵੀ ਪਵੇ ਤਾਂ ਵੀ ਉਸ ਗੱਲ ਉੱਤੇ ਕਾਇਮ ਰਹਿੰਦਾ ਹੋਇਆ ਵੇਖਦੇ ਹਾਂ। ਇਸੇ ਪ੍ਰਕਾਰ ਆਪਾਂ ਵੇਖੀਏ ਨਿਆਂਇਆਂ ਦੀ ਪੋਥੀ ਅਧਿਆਇ 12 ਦੇ ਵਿੱਚ ਇਫਰਾਇਮ ਦੇ ਲੋਕ ਯਿਫਤਾ ਕੋਲ ਲੜਨ ਵਾਸਤੇ ਆਉਂਦੇ ਅਤੇ ਉਹ ਇਹ ਨਹੀਂ ਚਾਹੁੰਦੇ ਯਿਫਤਾ ਉਹਨਾਂ ਉੱਤੇ ਨਿਆਈ ਬਣ ਕੇ ਬੈਠਣ, ਤਾਂ ਉਹ ਉਸ ਨੂੰ ਰੱਦ ਕਰਨਾ ਚਾਹੁੰਦੇ। ਤਾਂ ਉਹ ਇਸ ਪ੍ਰਕਾਰ ਬਹਾਨਾ ਬਣਾ ਕੇ ਉਹਦੇ ਨਾਲ ਲੜਦੇ ਕਿ ਤੁਸੀਂ ਸਾਨੂੰ ਅਮੋਨੀਆ ਨਾਲ ਲੜਨ ਵੇਲੇ ਸੱਦ ਨਹੀਂ ਕਲਿਆ। ਸੋ ਯਿਫਤਾ ਕਹਿੰਦਾ, ਮੈਂ ਤੁਹਾਨੂੰ ਸੱਦਿਆ ਪਰ ਤੁਸੀਂ ਮੇਰੇ ਨਾਲ ਨਹੀਂ ਚਲੇ। ਸੋ ਇਸ ਗੱਲ ਦੇ ਪਿੱਛੇ ਯਿਫਤਾ ਗਿਲਿਆਤੀ ਅਤੇ ਇਫਰਾਇਮ ਦੇ ਲੋਕਾਂ ਦੇ ਵਿਚਕਾਰ ਇੱਕ ਫੁੱਟ ਪੈਂਦੀ ਹੈ, ਤਾਂ ਉਹ ਆਪਸ ਵਿੱਚ ਲੜਦੇ। ਉਸ ਵਿੱਚ ਯਿਫਤਾ ਜਿੱਤ ਪ੍ਰਾਪਤ ਕਰਦਾ ਅਤੇ ਇਫਰਾਇਮੀ ਜੋ ਹੈ ਯਿਫਤਾ ਦੇ ਮੁਰੇ ਡਿੱਗ ਜਾਂਦੇ ਅਤੇ ਉਸ ਤੋਂ ਭੱਜ ਨੱਠਦੇ। ਸੋ ਇਸ ਤੋਂ ਬਾਅਦ ਇੱਥੇ ਪ੍ਰਭੂ ਦੇ ਲੋਕਾਂ ਨੂੰ, ਇਸਰਾਏਲੀਆਂ ਨੂੰ ਨਿਆਂ ਕਰਨ ਲਈ ਕਈ ਨਿਆਂਇਆਂ ਨੂੰ ਪਰਮੇਸ਼ਰ ਉਹਨਾਂ ਲਈ ਖੜਾ ਕਰਦਾ ਹੋਇਆ ਵੇਖਦੇ ਹਾਂ ਅਤੇ ਉਹਨਾਂ ਨਿਆਂਇਆਂ ਦੇ ਬੱਚੇ ਗਧੇ ਦੇ ਬੱਚੇ ਉੱਤੇ ਸਵਾਰ ਕਰਦੇ। ਇਸੇ ਪ੍ਰਕਾਰ ਆਪਾਂ ਵੇਖੀਏ ਮੱਤੀ ਦੀ ਇੰਜੀਲ ਅਧਿਆਇ 21 ਦੇ ਵਿੱਚ ਪ੍ਰਭੂ ਯਿਸੂ ਮਸੀਹ ਵੀ ਗਧੇ ਦੇ ਬੱਚੇ ਉੱਤੇ ਸਵਾਰ ਕਰਦਾ ਹੋਇਆ ਯਰੂਸ਼ਲਮ ਦੇ ਵਿੱਚ ਜਾ ਰਿਹਾ। ਉੱਤੇ ਉਹਨੂੰ ਲੋਕ ਇਹ ਆਖ ਕੇ ਵਡਿਆਈ ਕਰਦੇ, ਦਾਊਦ ਦੇ ਪੁੱਤਰ ਨੂੰ ਹੋਸਨਾ। ਸੋ ਇਸ ਗੱਲ ਨੂੰ ਵੇਖ ਕੇ ਫਰੀਸੀ ਅਤੇ ਗ੍ਰੰਥੀ ਖਿੱਚਦੇ ਅਤੇ ਉਹ ਪ੍ਰਭੂ ਯਿਸੂ ਮਸੀਹ ਕੋਲ
ਜਾ ਕੇ ਇਹ ਪੁੱਛਦੇ, ਤੂੰ ਇਹਨਾਂ ਸਾਰੀ ਗੱਲਾਂ ਨੂੰ ਕਿਹਦੇ ਅਧਿਕਾਰ ਦੇ ਵਿੱਚ ਕਰਦਾ? ਤਾਂ ਪ੍ਰਭੂ ਯਿਸੂ ਮਸੀਹ ਉਹਨਾਂ ਕੋਲ ਮੁੜ ਕੇ ਪੁੱਛਦਾ, ਮੈਂ ਇਸ ਗੱਲ ਦਾ ਜਵਾਬ ਦੇਣਾ ਤਾਂ ਤੁਸੀਂ ਵੀ ਮੇਰੇ ਇਹ ਗੱਲ ਦਾ ਜਵਾਬ ਦਿਓ, ਯੂਹੰਨਾ ਦਾ ਬਪਤਿਸਮਾ स्वर्ग वालों है या मनका वालों? ता वो अपने आप ਨੂੰ ਬਚਾਉਣ ਦੇ ਪਿੱਛੇ ਪ੍ਰਭੂ ਯਿਸੂ ਮਸੀਹ ਕੋਲ ਇਹ ਆਖਦੇ, ਸਾਨੂੰ ਨਹੀਂ ਪਤਾ। ਤਾਂ ਪ੍ਰਭੂ ਕਹਿੰਦਾ, ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਮੈਂ ਕਿਹਦੇ ਅਧਿਕਾਰ ਦੇ ਨਾਲ ਆ ਕੁਝ ਕਰਦਾ ਹਾਂ, ਕਿਉਂਕਿ ਪ੍ਰਭੂ ਯਿਸੂ ਮਸੀਹ ਜਾਣਦਾ ਸੀ, ਗ੍ਰੰਥੀ ਜਾਣਦੇ ਨੇ ਪ੍ਰਭੂ ਯਿਸੂ ਮਸੀਹ ਕੌਣ ਹੈ। ਫਿਰ ਵੀ ਉਹ ਜਾਣਦੇ ਹੋਏ ਵੀ ਉਹ ਪ੍ਰਭੂ ਯਿਸੂ ਮਸੀਹ ਨੂੰ कबूल नहीं करते। जिस प्रकार इफ्राइम दे लोग यफ्ता नु जानदे सी कि ये प्रभु वालों दिता होया एक न्याय है, फिर भी वो उसनु कबूल नहीं करते, इसी प्रकार फरीसी अते ग्रंथी प्रभु यीशु मसीह नु नहीं कबूल करते। उरे प्रभु यीशु मसीह अपने आप नु परमेश्वर दे पुत्र प्रगट करने लई बहुत सारे दृष्टांत प्रधान जाजकां नूं अते फरीसी अते ग्रंथियां नूं आखदा, पर वो दृष्टांत नूं समझदे होए भी उस नूं कबूल आखिरी तक नहीं करदे। आखिरी तक इस अध्याय दे विच वेखदे हां वो प्रभु यीशु मसीह नूं मारना चाहुंदे। उरे आपां वेखदे हां अबीमेलेक परमेश्वर ਨੂੰ ਨਾ ਜਾਣਦਾ, ਫਿਰ ਵੀ ਪਰਮੇਸ਼ਰ ਦੇ ਆਕੇ ਅਨੁਸਾਰ ਕਰਦਾ। ਯਫਤਾ ਜੋ ਪਰਮੇਸ਼ਰ ਦੇ ਸਨਮੁਖ ਸੁਖਣਾ ਸੁਖਿਆ, ਉਸ ਨੂੰ ਪੂਰਾ ਕਰਨ ਦੇ ਲਈ ਉਹ ਆਪਣੇ ਇੱਕ ਤੀਵੀ ਨੂੰ ਵੀ ਖੋਣ ਦੇ ਲਈ ਵੀ ਤਿਆਰ ਰਹਿੰਦਾ। ਪਰ ਇਫਰਾਈਮੀ ਅਤੇ ਫਰੀਸੀ, ਸਦੂਕੀ ਅਤੇ ਪ੍ਰਧਾਨ ਜਾਜਕਾਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਵਿੱਚ ਅਤੇ ਉਹਨਾਂ ਉਸ ਸੱਚੀ ਨਿਆਈ ਨੂੰ ਕਬੂਲ ਕਰਨ ਦੇ ਵਿੱਚ ਫੇਲ ਹੋ ਜਾਂਦੇ। ਪ੍ਰਭੂ ਦੇ ਪਿਆਰਿਓ, ਆਪਾਂ ਇਹਨਾਂ ਵਿੱਚੋਂ ਕਿੰਨਾ ਵਾਂਗੂ ਬਣਨਾ। ਸੋ ਪ੍ਰਭੂ ਨੂੰ ਕਬੂਲ ਕਰੋ ਅਤੇ ਪ੍ਰਭੂ ਤੁਹਾਨੂੰ ਆਸੀਸ ਦੇਵੇ। ਇਹਨਾਂ ਵਚਨਾਂ ਦੇ ਰਾਹੀਂ ਪ੍ਰਭੂ ਤੁਹਾਨੂੰ ਆਸੀਸ ਦੇਵੇ।